जी स्वागत करांगे इस मौके ਦੇ ਉੱਤੇ ਰੀਅਲ ਸਟੇਟ का कोई सवाल पीके सभरवाल। पीके जी ਤੁਹਾਡਾ बहुत बहुत स्वागत है सर, वेलकम। थैंक यू वेरी मच जी एंड गुड आफ्टरनून। गुड आफ्टरनून सर। और पंकज जी ਤੁਹਾਡਾ बहुत बहुत स्वागत है सर, वेलकम। थैंक यू वेरी मच जी, मेरी तरफ से गुड आफ्टरनून सब। गुड आफ्टरनून जी। और ओपनिंग स्टेटमेंट से सुन लेने जी। हाँ जी पीके जी ਤੁਹਾਡੀ ओपनिंग स्टेटमेंट, पंकज जी ਤੁਹਾਡੀ ओपनिंग स्टेटमेंट, पर बलविंदर जी की गल भी करांगे, गिरीश जी और तेजपाल साहब ਨੂੰ बुलावांगे जी। सर मैं पिछले शो ਤੇ ਜਿਹੜਾ ਟ੍ਰਿਗਰ ਰੇਟ ਕਿਹਾ ਸੀਗਾ 7,50,000 ਕੈਨੇਡੀਅਨ ਮੌਰਗੇजेस, ਉਹ ਮੈਨੂੰ ਮੈਸੇਜ ਆਇਆ ਇੱਕ, ਮੈਂ ਉਹਨੂੰ ਵੀ ਕਲੀਅਰ ਕਰ ਦਿਆਂ ਕਿ ਟ੍ਰਿਗਰ ਰੇਟ ਸਾਡੇ ਕੈਨੇਡਾ 'ਚ ਲਾਗੂ ਨਹੀਂ ਹੁੰਦਾ। ਟ੍ਰਿਗਰ ਰੇਟ ਉਹ ਰੇਟ ਹੁੰਦਾ ਜਿੱਥੇ ਕਿ ਇੰਟਰਸਟ ਰੇਟ ਈਟਸ ਅਪ ਆਲ ਯੂਰ ਕੰਪਲੀਟ ਮੌਰਗੇਜ ਪ੍ਰਿੰਸੀਪਲ, ਇਹ ਉਹ ਉਹਨੂੰ ਕ੍ਰਾਸ ਕਰ ਜਾਂਦਾ ਹੈਗਾ ਤੇ ਯੂ ਐਂਡ ਅਪ ਪੇਇੰਗ ਓਨਲੀ ਇੰਟਰਸਟ, नो ਪ੍ਰਿੰਸੀਪਲ ਨਥਿੰਗ। ਉਹ ਇੱਥੇ ਲਾਗੂ ਨਹੀਂ ਹੁੰਦਾ ਸਰ। ਪਰ ਮੈਂ ਉਹ ਫਿਗਰ ਦਿੱਤੀ ਸੀਗੀ ਕਿ ਵੀ ਉਹ ਤੁਹਾਡੀ ਜਿਹੜੀ ਪੇਮੈਂਟ ਹੈਗੀ ਜਿੰਨੀ ਤੁਸੀਂ ਟੋਟਲ ਪਹਿਲੇ ਮੌਰਗੇਜ ਦੇ ਰਹੇ ਸੀਗੇ, ਹੁਣ ਇੰਟਰਸਟ ਹੀ ਇਸ ਤੋਂ ਜ਼ਿਆਦਾ ਹੋ ਗਿਆ ਹੈਗਾ। ਇਟ ਇਜ਼ ਈਟਨ ਆਲਰੇਡੀ। ਅਮਰੀਕਾ 'ਚ ਹੈਗਾ ਟ੍ਰਿਗਰ ਰੇਟ ਜਿਹਦੇ ਅੰਦਰ ਉਹ ਕਹਿ ਦਿੰਦੇ ਨੇ ਕਿ ਵੀ ਤੁਸੀਂ ਆਪਣਾ ਚਲੋ ਸਿਰਫ ਇੰਟਰਸਟ ਦੇ ਜਾਓ, ਪ੍ਰਿੰਸੀਪਲ ਨਾ ਦਿਓ ਜੇ। ਲੇਕਿਨ ਅਜੇ ਕੈਨੇਡਾ 'ਚ ਐਸੀ ਨਹੀਂ ਹੈਗੀ। ਲੇਕਿਨ ਦਿਸ ਇਜ਼ ਦਾ ਭਾਈ ਸਾਹਿਬ ਜੀ ਨੇ ਮੈਸੇਜ ਭੇਜਿਆ, ਮੈਨੂੰ ਲੱਗਦਾ ਬਾਕੀਆਂ ਨੂੰ ਵੀ ਸ਼ਾਇਦ क्लियर हो जाएगी यह गल। 7,50,000 कैनेडियन एट द रिस्क ऑफ ट्रिगर रेट जो है ना, वो इसका तो मतलब कि फॉर एग्जांपल मैं तुम छोटी जी गल दसना, जिन्होंने मार्च और फरवरी के विचकार लास्ट मार्च 260 बिलियन के करीब वेरीएबल मॉर्गेज लीती सी मार्च 2021 से लैके फरवरी 2022 तक। ਹੁਣ ਉਹਨਾਂ ਦੀ ਐਵਰੇਜ 1.5 ਤੋਂ ਲੈ ਕੇ 1.6 ਦੇ ਕਰੀਬ ਉਹਨਾਂ ਦੀ ਮੌਰਗੇਜ ਪੈ ਰਹੀ ਸੀਗੀ, ਹੁਣ 4.6 ਦੇ ਕਰੀਬ ਪੈ ਗਈ। ਉਹਨਾਂ ਨੂੰ ਬਹੁਤ ਜ਼ਬਰਦਸਤ ਇਸਦਾ ਝਟਕਾ ਲੱਗਿਆ ਹੈ। ਜਾਂ ਲੋਕੀ ਇਹ ਕਹਿਣਗੇ ਨਹੀਂ ਜੀ ਜਿਨ੍ਹਾਂ ਨੇ 4-5 ਸਾਲ ਪਹਿਲੇ ਲਿੱਤੀ ਸੀ ਉਹਨਾਂ ਨੂੰ ਵੀ ਝਟਕਾ ਪਏਗਾ। ਨਹੀਂ, 5 ਸਾਲ ਪਹਿਲੇ ਤਾਂ ਉਹਨਾਂ ਦਾ ਆਲਰੇਡੀ 3.5-4% ਸੀਗਾ, ਪਰ ਉਹਨਾਂ ਨੂੰ ਉਹਦਾ ਕੁਸ਼ਨ ਮਿਲਿਆ ਹੋਇਆ ਸੀ, ਬੈਨੀਫਿਟ ਸ਼ੁਕਰੇ ਸੀਗੇ, ਲੇਕਿਨ ਉਹ ਕਲੀਅਰ ਤੇ 4% ਤੇ ਹੀ ਹੋਏ ਪਏ ਸੀਗੇ। ਹੁਣ ਦੁਬਾਰਾ ਆ ਕੇ ਉਹਨਾਂ ਨੂੰ ਪ੍ਰੈਕਟੀਕਲ ਉਸੇ ਰੇਟ ਤੋਂ ਦੁਬਾਰਾ ਜਾਣਾ ਪੈ ਗਿਆ। ਯਸ ਦਿੱਕਤ ਤਾਂ ਉਹਨਾਂ ਨੂੰ ਵੀ ਹੋ ਰਹੀ ਹੈ, ਲੇਕਿਨ ਉਹ ਟ੍ਰਿਗਰ ਨਹੀਂ ਹੋ ਰਿਹਾ ਕਿਉਂਕਿ ਉਹਨਾਂ ਨੂੰ ਆਲਰੇਡੀ ਉਸ ਰੀਨਿਊ ਦੇ ਬਾਅਦ ਫਰਕ ਨਹੀਂ ਪੈਣਾ। ਵਿਚਕਾਰ ਉਹਨਾਂ ਨੂੰ ਕੁਸ਼ਨ ਬੜਾ ਪੈ ਗਿਆ ਸੀਗਾ। ਦਿਸ ਵਾਜ਼ ਵਾਟ ਆਈ ਵਾਂਟਡ ਟੂ ਸੇ। ਲੇਕਿਨ ਅਗਲਾ ਜਿਹੜਾ ਇੰਟਰਸਟ ਅਗਰ ਹੋਰ ਵੀ ਵਧੇਗਾ, ਜਿਹੜਾ ਅੱਜ ਤੇ ਖੈਰ ਬੜਾ ਮੋਟਾ ਝਟਕਾ ਅੱਜ ਵੀ ਲੱਗਿਆ 0.75, ਲੇਕਿਨ ਜਿਹੜਾ ਅਗਲਾ ਅਗਰ ਲੱਗਦਾ 2-3 ਮਹੀਨੇ ਦੇ ਅੰਦਰ ਹੋਰ ਝਟਕਾ ਤੇ ਉਹ ਵੀ ਬੜਾ ਵੱਡਾ ਡਿਜ਼ਾਸਟਰ ਕਰ ਸਕਦਾ ਹੈ ਉਹਨਾਂ ਲੋਕਾਂ ਵਾਸਤੇ, ਸਪੈਸ਼ਲੀ ਜਿਨ੍ਹਾਂ ਦਾ ਰੀਨਿਊ ਆ ਰਿਹਾ ਹੈ। ਮੈਂ ਉਹਨਾਂ ਵਾਸਤੇ ਜ਼ਿਆਦਾ ਕਹਾਂਗਾ, ਔਰ ਬਾਕੀ ਉਹਨਾਂ ਵਾਸਤੇ ਜਿਨ੍ਹਾਂ ਨੇ ਕਿ ਮਾਰਚ 2021 ਤੋਂ ਫਰਵਰੀ 2022 ਦੇ ਵਿਚਕਾਰ ਜਿਹਨਾਂ ਨੇ ਲਿੱਤਾ ਸੀਗਾ, ਉਹਨਾਂ ਨੇ ਸੋਚਿਆ ਨਹੀਂ ਸੀਗਾ ਕਿ 4 ਗੁਣਾ ਉਹਨਾਂ ਦਾ ਇੰਟਰਸਟ ਵੱਧ ਜਾਏਗਾ। ਜੀ पंकज जी। जी बिल्कुल, पीके जी ने वैसे दस ही देता जिमें 0.75 ਵਧਿਆ जी। और उम्मीद ये है जो उन्होंने स्टेटमेंट है बैंक ऑफ कैनेडा की स्टेटमेंट के अंदर उन्होंने कहा कि हले फर्दर मोर इंक्रीज रिक्वायर्ड। सो बेसिकली उन्होंने बड़ा क्लियर कर दिता है आपकी स्टेटमेंट। कल जी है ਜਿਹੜੇ ਉਹਨਾਂ ਦੇ ਡਿਪਟੀ ਗਵਰਨਰ ਦੀ ਕੱਲ ਸਟੇਟਮੈਂਟ ਹੈ, ਕੱਲ ਉਹ ਐਕਚੁਅਲੀ ਸਾਰੀ ਚੀਜ਼ਾਂ ਨੂੰ ਸਾਨੂੰ ਪਤਾ ਚੱਲੇਗਾ ਉਹਨਾਂ ਦੇ ਮਾਈਂਡ 'ਚ ਹੈ ਕਿ ਕਿਵੇਂ ਕਰਨਾ ਚਾਹ ਰਹੇ ਨੇ, ਕਿਉਂਕਿ ਅੱਜ ਕੋਈ ਸਟੇਟਮੈਂਟ ਨਹੀਂ ਸੀਗੀ। ਰਿਟਨ ਸਟੇਟਮੈਂਟ ਛੋਟੀ ਜਿਹੀ ਆਈ ਹੈ, ਲੇਕਿਨ ਕਿਸੇ ਨੇ ਕੋਈ ਸਪੀਚ ਨਹੀਂ ਦਿੱਤੀ ਜਿਵੇਂ ਗਵਰਨਰ ਬੈਠ ਕੇ ਦਿੰਦਾ ਹੈ ਡਿਪਟੀ ਗਵਰਨਰ, ਉਹ ਕੱਲ ਹੈ। ਸੋ ਬੇਸਿਕਲੀ ਸਾਨੂੰ ਕੱਲ ਪਤਾ ਚੱਲ ਜਾਏਗਾ। ਬਟ ਉਮੀਦ ਇਹ ਹੈ ਜਿਹੜੀ ਐਕਸਪੈਕਟੇਸ਼ਨ ਹੈ ਹੁਣ, ਕਿਉਂਕਿ ਬੈਂਕ ਆਫ ਕੈਨੇਡਾ ਜਦੋਂ ਕਹਿ ਰਿਹਾ ਹੋਵੇ ਕਿ ਸਾਨੂੰ ਹੋਰ ਵਧਾਉਣ ਦੀ ਜ਼ਰੂਰਤ ਹੈ ਹਲੇ, ਤਾਂ ਇਸ ਦਾ ਮਤਲਬ ਕੁਛ ਸੋਚ ਸਮਝ ਕੇ ਗੱਲ ਕਰ ਰਿਹਾ ਹੈ। ਐਵੇਂ ਹਵਾ 'ਚ ਨਹੀਂ ਸਿੱਟੀਆਂ ਜਾਂਦੀਆਂ ਇਹ ਚੀਜ਼ਾਂ। ਸੋ ਇਸ ਵੇਲੇ ਜਿਹੜੀ ਮਾਰਕੀਟ ਪ੍ਰਾਈਸ ਇਨ ਕਰ ਰਹੀ ਹੈ ਉਹ 50 ਬੇਸਿਸ ਪੁਆਇੰਟ ਮਤਲਬ 0.5% ਹੋਰ 26 ਅਕਤੂਬਰ ਦੀ ਡੇਟ ਹੈ, 0.5% ਹੋਰ ਪ੍ਰਾਈਸ ਇਨ ਕਰ ਰਹੀ ਹੈ। ਉਸ ਤੋਂ ਬਾਅਦ ਦੇਖਾਂਗੇ ਕੀ ਹੁੰਦਾ ਹੈ। ਔਰ ਉਹਦੇ ਵਿੱਚ ਪਹਿਲਾਂ ਵੀ ਕਿਹਾ ਸੀਗਾ 2 ਰਿਪੋਰਟ ਆ ਚੁੱਕੀਆਂ ਹੋਣਗੀਆਂ ਇਨਫਲੇਸ਼ਨ ਦੀਆਂ, ਉਹਦੇ ਨਾਲ ਵੀ ਬਹੁਤ ਕੁਝ ਡਿਸਾਈਡ ਹੋਏਗਾ। 20 ਸਤੰਬਰ ਨੂੰ ਇੱਕ ਆਉਣੀ ਹੈ, ਉਸ ਤੋਂ ਬਾਅਦ 19 ਅਕਤੂਬਰ ਨੂੰ ਆਉਣੀ। ਸੋ ਇੰਟਰਸਟ ਰੇਟ ਵਧਣ ਤੋਂ ਪਹਿਲਾਂ 2 ਵਾਰੀ ਸਾਡੀ 2 ਮਹੀਨਿਆਂ ਦੀ ਇਨਫਲੇਸ਼ਨ ਦੀ ਰਿਪੋਰਟ ਆ ਚੁੱਕੀ ਹੋਵੇਗੀ। ਅਗਰ ਉਹਦੇ ਥੋੜੀ ਜਿਹੀ ਕੁਝ ਠੰਡਕ ਪੈ ਜਾਂਦੀ ਹੈ ਤਾਂ ਗੱਲ ਅਲੱਗ ਹੈ। ਅਦਰਵਾਈਜ਼ 26 ਅਕਤੂਬਰ ਦਾ 0.50 ਕਨਫਰਮ ਆਲਮੋਸਟ ਮੈਂ ਕਹਿ ਰਿਹਾ ਪ੍ਰੈਡਿਕਸ਼ਨ ਜਿਹੜੀ ਹੈਗੀਆਂ ਨੇ ਉਹ ਲੱਗਦਾ ਪਿਆ ਕਿ ਹੋ ਜਾਏਗਾ। ਜੀ ठीक है जी, नेक्स्ट कॉल जी गिरीश जी, तुसी आउंदे रहो। गिरीश जी आपको। हाँ जी, मुगा साहब से भी सवाल है और सबरवाल साहब से भी सवाल है। मुगा जी बिल्कुल ठीक बोल रहे थे आज, तो इनका तो मेन टारगेट है महंगाई को 2% पे लाना। इनको कुछ भी करना पड़े, चाहे रिसेशन में जाए या कुछ भी जाए, इनको तो 2 लाना ही लाना है। दूसरा मेरा ये सवाल है कि जनवरी में जो बाजार थी तो उस लेवल पे लाने के लिए भी कितना टाइम लग जाएगा? मुझे तो लगता है कि 2 साल लग जाएंगे। जनवरी में बाजार में मैं इसको समझा नहीं, मतलब जो स्टॉक मार्केट जिस लेवल पे थी ना, जो हायर लेवल पे थी इस साल जनवरी में, अभी तो बहुत गिरी हुई है, तो इस हिसाब से तो और गिरती जाएगी, तो उस लेवल में आने में कितना टाइम लग जाएगा?
हम दो चीजें मिक्स कर रहे हैं यहाँ पे। इंटरेस्ट रेट जो है, आप इंटरेस्ट रेट की बात कर रहे हैं और सिर्फ मार्केट की बात कर रहे हैं? इंटरेस्ट रेट हम कनाडा की बात कर रहे हैं, राइट? और जब हम मार्केट की बात करते हैं हम ग्लोबल बात करते हैं, पूरी दुनिया की बात नहीं, हम लोकल कनाडा की मार्केट, टोरंटो स्टॉक एक्सचेंज की बात कर रहे हैं। सर टोरंटो स्टॉक एक्सचेंज भी ग्लोबल से बनी हुई है ना, इन्वेस्टमेंट, बिजनेस इन्वेस्टमेंट तो चल रही है ना। हाँ जी। तो टोरंटो स्टॉक मार्केट इंटरेस्ट की वजह से नीचे नहीं गई है। टोरंटो स्टॉक मार्केट का अपना एक रीजन है कि उनके जो कंपनीज हैं, लेट्स से एयर कनाडा का शेयर नीचे है क्योंकि एयर कनाडा का प्रॉफिट थोड़ा कम हुआ पड़ा है, उनको फ्लाइट काटनी पड़ी है। ऑयल बढ़े हुए हैं, ऑयल के शेयर बढ़े हुए हैं बल्कि। अब ऑयल के शेयर बहुत ज्यादा बढ़ गए थे जब ये वॉर शुरू हुई थी, तो वो अब नीचे आने शुरू हो गए। तो अलग अलग सेक्टर है यहाँ पे, वो अलग अलग सेक्टर हर जगह पे इम्पैक्ट करते हैं। ग्लोबल चीजें हमें ज्यादा इफेक्ट करती है जब हम स्टॉक मार्केट की बात करते हैं। और स्टॉक मार्केट को वापस आने में अभी हम इस वक्त बेयर मार्केट में चलते हैं। एक बुल मार्केट होती है, एक बेयर मार्केट होती है। बेयर मार्केट नॉर्मली जो लास्ट करती है वो साल 1.5 साल के करीब लास्ट करती है। 6 महीने से लेके 1.5 साल के टाइम होता है जो बेयर मार्केट चलती है उसमें। तो आप ये मान के चलें कि हमें 6-7 महीने हो चुके हैं अभी। अब सिचुएशन ऐसी आनी शुरू हो जाएगी कि कुछ सेक्टर उठेंगे और कुछ सेक्टर अभी हो सकता है 6 महीने साल बैठे रहे नीचे। लेकिन आपको अगर इन्वेस्टमेंट करनी है तो आपको सेक्टर चूज करने पड़े कि कौन कौन सी चीजें बढ़ने की उम्मीद हुई पड़ी है, कौन कौन सी चीजें नहीं उठेंगी। जैसे टेक्नोलॉजी है, अभी टेक्नोलॉजी की उठने की उम्मीद हमें अभी है नहीं ज्यादा, क्योंकि वो बहुत पहले ज्यादा उठ गई थी पिछले 2 साल में। वो तो एक ऐसी सिचुएशन आ गई थी टेक्नोलॉजी की, क्योंकि हर कोई घर बैठ के यूज ही कर रहा था, टेक्नोलॉजी यूज कर रहा था। चाहे नेटफ्लिक्स ले लो, चाहे आप जूम ले लो, एवरीथिंग वाज फ्रॉम होम। अब लोगों ने बाहर निकलना शुरू कर दिया, मूवी हॉल भी भरने शुरू हो गए हैं। तो नेटफ्लिक्स के तो सब्सक्राइबर इतने कम हुए हैं, उनकी तो रिपोर्ट आ गई है उनकी जो नीचे गिरी है। आप फेसबुक को देख लो, फेसबुक के शेयर नीचे आए हुए हैं। तो ये सारी चीजें थोड़ा सा रुकेंगी। टेक्नोलॉजी अभी टाइम लेगी वापिस आने में, लेकिन कई और सेक्टर हैं जो उठने शुरू हो जाएंगे अगले 2-3 महीने के अंदर अंदर। नवंबर दिसंबर में वो सेक्टर काफी उठने की होगी। जी अच्छा जी। अब सवाल साहब, तो हमें पता है कि अब इंटरेस्ट रेट और बढ़ेगा तो कि घरों के दाम भी बढ़ेंगे या ये घटेंगे? पहला सवाल ये है। दूसरा सवाल ये है कि ये जिन लोगों ने असाइनमेंट में बुक कराया था, जिस प्राइस से बुक कराया था, हम सोचते हैं कि आपके ना पीछे आवाज आ रही, सॉरी, जिन्होंने कब बुक कराया था जी? जिन्होंने असाइनमेंट में बुक कराया है, क्या मैं जितने का बुक कराया, क्या मैं उससे भी कम में खरीद सकता हूँ जी? उससे भी कम में बिक सकते हैं वो? यही नहीं, मैं ये कह रहा था कब बुक कराया, डिपेंड। आपके ना पीछे कोई मशीन चल रही है, कोई आवाज आ रही है दोनों? कभी बुक, ये बताइए कि कब बुक कराया? नहीं, कभी बुक कराया, मान लीजिए। नहीं, कभी का बुक कराया फर्क है ना। जिन लोगों ने 4 साल पहले बुक कराया था वो अभी भी अगर बेचेंगे तो प्रॉफिट में बेचेंगे, उनको लॉस नहीं हो सकता अगर उन्होंने ढंग से अक्ल दिमाग खोल के अगर बुक कराया था, आंख बंद करके नहीं। द प्रैक्टिकली वेदर थिंग्स रिमेन सेम। मैं तो कहता हूँ जिन्होंने 3 साल पहले तक भी बुक कराया था, अगर वो आज असाइनमेंट बेचते हैं तो उनको लॉस नहीं होगा। लेकिन जिन्होंने पिछले 2 साल में बुक कराया है, स्पेशली 1 साल के अंदर, उनको बड़ा मोटा घाटा है, बड़ा जबरदस्त घाटा है सर। नहीं, मेरे सवाल टू द पॉइंट बोलता हूँ, अगर मान लो 1 मिलियन का बुक कराया है तो क्या ऐसा हो सकता है कि वो उसको असाइनमेंट में कोई ना खरीदे, वो 8 या 7 का बिके, समथिंग लगता है? जस्ट एक ये तो मैं बोल रहा हूँ जी, मैं भी आपको यही जवाब दे रहा हूँ ना। तो जब नहीं बिकेगा तो असाइनमेंट का मतलब ये तो हम उसी पर नहीं बेचो। असाइनमेंट का मतलब होता है बाइंग एंड सेलिंग के अंदर नेगोशिएशन। हाँ, तो वो भी कम भी हो सकता है ना? नेचुरली अगर जिन्होंने अभी 1 साल के अंदर मिलियन का बुक कराया है, ये मेरे सामने केस है, रोज केस आ रहे हैं कि हमें जी गुड न्यूज। क्या गुड न्यूज? जितने में हमने बुक कराया था वो पैसे हमें वापस कर दो। मुझे बड़ी जल्दी फोन आ गया, अजी वो उसी प्राइस में दे रहे हैं। मैं क्या भले मानस, पहले ये तो देख लो उसने बुक कब कराया था। अगर उसने बुक साल पहले कराया तो गुड न्यूज नहीं है, तुम्हारे लिए बैड न्यूज है। उसको पता उसका 20% प्राइस गिर गया है, उसका 1 मिलियन का वैसे ही 8 लाख का रह गया, तो गुड न्यूज कोई नहीं है। ये डिपेंड करता है आपने कब बुक कराया है और किस कंपटीशन में बुक कराया है। ठीक है ना? बहुत थैंक यू सो मच। थैंक यू जी। हाँ जी, अगली कॉल जी तेजपाल जी, ਤੁਸੀਂ ਆਉਂਦੇ ਰਹੋ। तेजपाल जी को। हाँ जी, सत श्री अकाल जी। हाँ जी, ਸਤਵਰਵਾਲ ਉਹਨਾਂ ਨੂੰ ਸਵਾਲ ਵੀ ਨਹੀਂ, ਕੰਸਰਨ ਹੈ ਮੋਸਟਲੀ। ਲਾਸਟ ਵੀਕ ਘਰ ਸੇਲ ਤੇ ਲੱਗਿਆ ਸੀ 1,99,999 ਦਾ ਜੀ, ਤੇ ਉਹਨਾਂ ਨੇ ਆਫਰਾਂ ਲੈਣੀਆਂ ਸੀ ਵੀਕ ਬਾਅਦ ਜੀ। ਪੀਪਲ ਵੀ ਵਰ ਉਹ ਸ਼ੋਇੰਗ ਹੋ ਰਹੀ ਸੀ, ਸਾਰਾ ਕੁਝ ਹੋ ਰਿਹਾ ਸੀ। ਵੀ ਵੈਂਟ ਐਂਡ ਸੀ ਇਟ ਟੂ ਐਂਡ ਆਲ ਦੈਟ। ਤੇ ਮੰਡੇ ਨਾਈਟ ਉਹਨਾਂ ਨੇ ਆਫਰਸ ਕੰਸੀਡਰ ਕਰਨੀਆਂ ਸੀ ਜੀ। ਤੇ ਵੀ ਪੁੱਟ ਦੀ ਆਫਰ ਇਨ 1.35 जी। पहले तो we just went to 1.25, no condition, nothing at all। जी। राइट। ਤੇ ਉਹ ਉਹਨਾਂ ਨੇ 6 ਘੰਟੇ ਖਰਾਬ ਕਰਤੇ ਉਹਦੇ ਰਾਤ ਨੂੰ।
ਵਿੱਚੋਂ ਝੂਠ ਬੋਲ ਰਹੇ ਨੇ ਕਿ ਸਾਡੇ ਕੋਲੇ 11.75 ਦੀ ਆਫਰ ਆ ਦਿਸ ਦੈਟ ਨਹੀਂ ਉਹ ਦੱਸ ਨਹੀਂ ਸਕਦੇ, ਪ੍ਰਾਈਸ ਦੱਸ ਨਹੀਂ ਸਕਦੇ, ਉਹ ਕਹਿਣਗੇ ਕਿ ਤੁਹਾਡੇ ਤੋਂ ਜ਼ਿਆਦਾ ਆਫਰ। ਦੈਟਸ ਵਾਟ ਦ ਰੀਅਲ ਸਟੇਟ ਪਰਸਨ ਜੋ ਉਹਨਾਂ ਨੇ ਲਗਾਇਆ ਸੀ ਉਹ ਦੱਸ ਰਹੇ ਸੀ ਪ੍ਰਾਈਸ। ਤੁਸੀਂ ਉਹਨੂੰ ਅਗਰ ਰਿਕਾਰਡ ਕਰਕੇ ਰਿਕੋ ਭੇਜ ਦਿਓ ਸਰ ਤੇ ਬੜੀ ਵੱਡੀ ਕੰਪਲੇਂਟ ਹੈ, ਦੇ ਕੈਨਟ ਡਿਸਕਲੋਜ਼। ਉਸ ਤੋਂ ਬਾਅਦ ਜਾਨੀ ਉਹਨਾਂ ਨੇ 4 ਆਫਰ ਸੀਗੀਆਂ, ਦ ਹਾਇਰ ਵਨਸ ਵੀ ਵਰ ਔਨ ਨੰਬਰ 4 ਤੇ ਵੀ ਜਸਟ ਬੈਕਡ ਆਊਟ ਕਿ ਤੁਸੀਂ ਪਹਿਲੀਆਂ 3 ਨੂੰ ਕੰਸੀਡਰ ਕਰੋ, ਵੀ ਆਰ ਔਨ ਨੰਬਰ 4 ਰਾਈਟ ਜੀ। ਤੇ ਉਸ ਤੋਂ ਬਾਅਦ ਘੰਟੇ ਬਾਅਦ ਉਹ ਰੀਅਲ ਸਟੇਟ ਵਾਲੇ ਦਾ ਫੋਨ ਆਉਂਦਾ ਫੇਰ ਕਿ ਸਾਨੂੰ ਰਾਈਟਿੰਗ ਦੇ ਵਿੱਚ ਤੁਸੀਂ ਭੇਜ ਦਿਓ ਆਪਦੀ ਆਫਰ। ਓਕੇ ਜੇ ਅਸੀਂ 1.35 ਦੇ ਰਹੇ ਹਾਂ ਤਾਂ ਅਸੀਂ ਰਾਈਟਿੰਗ ਦੇ ਵਿੱਚ ਭੇਜਤਾ ਤੇ ਸਟਿਲ ਦੈਨ ਉਦੋਂ ਬਾਅਦ ਕਹਿੰਦੇ ਨੇ ਕਿ ਉਹ ਦ ਕਲਾਇੰਟ ਇਜ਼ ਸੋ ਟਾਇਰਡ ਦੇ ਨਾਟ ਗੋਣਾ ਕੰਸੀਡਰ ਨਾਓ, ਵੀਲ ਟੈਲ ਯੂ ਇਨ ਦ ਮਾਰਨਿੰਗ। ਤੇ ਮਾਰਨਿੰਗ ਦੇ ਫੋਨ ਕਰਕੇ ਪੁੱਛਦੇ ਆ, ਨਥਿੰਗ ਹੈਪਨਡ। ਤੇ ਉਹ ਦੁਬਾਰੇ ਘਰ ਰੀਸੇਲ ਫੇਰ ਲਗਾਤਾ ਉਹਨਾਂ ਨੇ ਸੇਲ ਤੇ ਉਹਦੀ ਪ੍ਰਾਈਸ बढ़ा के 12.29 ਦਾ ਲਗਾਤਾ ਸੇਲ ਤੇ ਹੁਣ। Can they do that? Everything, whatever they can put it 0, they can put it 10 million. ਉਹ ਤਾਂ ਮਰਜ਼ੀ ਹੈ, ਉਹ ਮਨਾ ਕਰ ਸਕਦੇ ਨੇ। ਉਹ ਦੇਖੋ ਜਦ ਤੱਕ ਆਫਰ ਤੁਹਾਡੀ ਐਕਸੈਪਟ ਨਹੀਂ ਹੁੰਦੀ, that's all. they were just guiding the market ਨੂੰ ਬਿਲਕੁਲ ਜੱਜ ਕਰ ਰਹੇ ਸੀਗੇ ਕਿ ਮੇਰੇ ਕੋਲ ਕਿੰਨਾ ਪੈਸਾ ਜਾ। ਸਰ ਲੋਕਾਂ ਨੂੰ ਫੂਲਿਸ਼ ਕਾਤੋਂ ਬਣਾਉਂਦੇ ਨੇ? ਫੂਲਿਸ਼ ਤਾਂ ਕੋਈ ਨਹੀਂ ਬਣਿਆ ਸਰ, I don't think ਕੋਈ। ਮੈਂ ਦੇਖੋ ਜੀ ਵੇਸਟ ਆਫ ਟਾਈਮ ਹੀ ਹੈ ਨਾ ਫਿਰ। ਜਿਹੜੇ ਸਰ ਤੁਸੀਂ ਮੇਰੇ ਕੋਲ ਸੁਣਨਾ ਚਾਹੁੰਦੇ ਹੋ ਜਾਂ ਦੱਸਣਾ ਚਾਹੁੰਦੇ ਹੋ? ਤੁਸੀਂ ਮੈਨੂੰ ਬੋਲਣ ਨਹੀਂ ਦੇ ਰਹੇ ਨਾ। ਤੁਸੀਂ ਅਗਰ ਮੇਰੇ ਕੋਲ ਸੁਣਨਾ ਚਾਹੁੰਦੇ ਹੋ ਤਾਂ ਜਸਟ ਮੈਨੂੰ ਬੋਲਣ ਦਿਓ, ਜਾਂ ਤੁਸੀਂ ਬੋਲੋ, ਬਿਲਕੁਲ ਮੈਂ ਤੁਹਾਡੀ ਕੰਸਰਨ ਸੁਣਨ ਨੂੰ ਤਿਆਰ ਹਾਂ। ਚਲੋ ਦੱਸੋ ਜੀ। ਮੈਂ ਤੁਹਾਨੂੰ ਕਹਿ ਰਿਹਾ ਕਿ ਇਹ ਮੇਰੇ ਕੋਲ ਇਹੋ ਜਿਹੇ ਵੀ ਕੇਸ ਨੇ ਜਿੱਥੇ ਉਹਨਾਂ ਨੇ $1 ਦੀ ਪ੍ਰਾਈਸ ਰੱਖੀ ਹੈ। ਦੇ ਵਾਂਟ ਟੂ ਸੀ ਦ ਮਾਰਕੀਟ। ਉਹਦੀ ਮਰਜ਼ੀ ਦਾ ਪ੍ਰਾਈਸ ਅਗਰ ਸੈਲਰ ਨੂੰ ਨਹੀਂ ਮਿਲਿਆ ਉਹ ਨਹੀਂ ਕਰੇਗਾ। ਹਾਂ ਤੁਹਾਨੂੰ ਅਗਰ ਉਹ ਰੀਅਲਟਰ ਇਹ ਕਹਿ ਰਿਹਾ ਕਿ ਜੀ ਤੁਸੀਂ ਮੈਨੂੰ ਆਪਣੀ ਰਿਟਰਨ ਆਫਰ 1.35 ਦੀ ਭੇਜ ਦਿਓ ਔਰ ਮੈਂ ਐਕਸੈਪਟ ਕਰਾ ਦਿਆਂਗੀ, ਦੈਨ ਸ਼ੀ ਇਜ਼ ਇਨ ਟਰਬਲ। ਲੇਕਿਨ ਉਹਨੇ ਇਹ ਕਿਹਾ ਕਿ ਮੈਨੂੰ ਰਿਟਰਨ ਭੇਜੋ, ਆਈ ਵਿਲ ਟਰਾਈ। ਕਿ ਯੈਸ ਉਹ ਬਿਲਕੁਲ ਜਾਇਜ਼ ਹੈ, ਕੋਈ ਬੇਵਕੂਫ ਬਣਾਉਣ ਵਾਲੀ ਗੱਲ ਹੀ ਨਹੀਂ ਹੈ। ਉਹ ਤਾਂ ਬੇਵਕੂਫ ਅਸੀਂ ਬਣ ਰਹੇ ਹਾਂ ਨਾ, ਜਿਹੜਾ ਕਿ ਬਾਰ-ਬਾਰ ਕਰ ਰਹੇ ਹਾਂ। ਸਾਡਾ ਕੀ ਸਿਸਟਮ ਹੁੰਦਾ ਸਰ, ਮੈਂ ਤੁਹਾਨੂੰ ਦੱਸਾਂ ਕਿ ਜਿਸ ਵਕਤ ਹੁਣ ਕੱਲ ਮੇਰੇ ਟੀਮ ਦੇ ਇੱਕ ਮੈਂਬਰ ਨੇ ਇੱਕ ਪ੍ਰਾਪਰਟੀ ਵੇਚੀ ਤੇ ਉਹ ਮੰਨ ਲਓ ਸਪੋਜ਼ ਉਹ 1 ਮਿਲੀਅਨ ਦੀ ਲੱਗੀ ਹੋਈ ਹੈ ਤੇ ਉਹ ਅਸੀਂ ਪਹਿਲੇ ਉਹਦਾ ਅਪਰੇਜ਼ ਕਰਨੇ ਆ। ਅਪਰੇਜ਼ ਕਰਨ ਦੇ ਬਾਅਦ ਆਪਣੇ ਕਲਾਇੰਟ ਨੂੰ ਦੱਸ ਦਿੰਦੇ ਆ ਕਿ ਦੇਖੋ ਜੀ ਸਾਡੇ ਹਿਸਾਬ ਨਾਲ ਇਹ ਪ੍ਰਾਈਸ 1 ਮਿਲੀਅਨ ਦੀ ਲੱਗੀ ਹੈ, ਇਹ ਬਹੁਤ ਲੋ ਲੱਗੀ ਹੈ, ਇਹਦਾ ਪ੍ਰਾਈਸ 1.15 ਔਰ 1.2 ਦੇ ਵਿਚਕਾਰ ਹੋਣਾ ਚਾਹੀਦਾ। ਆਰ ਯੂ ਰੈਡੀ? If not, don't waste your time. बड़ा क्लियर। और हाँ लेकिन अगर असी साढ़े ते सानू विश्वास नहीं है कि मेरी कैलकुलेशन भी ठीक है कि नहीं ठीक है तो असी बेवकूफ बंदे जावांगे, 1.2 भेजांगे, फिर 1.35 भेजांगे, उसकी गलत आ जाएंगे। उन्हें जज कर लिया कि जी मैनू मैक्सिमम ऑफर किने दी आई है, हुण उस हिसाब नाल उन्हें समझ आ गई सारी गल। ਹੁਣ ਉਹਦੇ ਬਾਅਦ ਉਹ ਅਗਲੀ ਦੁਬਾਰਾ ਪ੍ਰਾਈਸ ਲੈ ਕੇ ਹੁਣ ਡਿਫਰੈਂਟ ਤਰੀਕੇ ਨਾਲ ਗੇਮ ਖੇਲੇਗੀ। ਜਾਂ ਕਈ ਵਾਰ ਰੀਅਲਟਰ ਚਾਹੁੰਦਾ ਕਿ ਉਹ ਇਹਨਾਂ ਦਾ ਵਿਕ ਜਾਏ, ਪਰ ਕਈ ਵਾਰ ਉਹਦਾ ਕਲਾਇੰਟ ਹੀ ਕਹਿੰਦਾ ਜੀ ਨਹੀਂ ਜੀ ਮੈਨੂੰ ਤਾਂ ਹੋਰ ਚਾਹੀਦਾ। ਹੋ ਸਕਦਾ ਕਲਾਇੰਟ ਮੋਟੀਵੇਟਿਡ ਨਾ ਹੋਏ, ਉਹ ਕਹੇਗਾ ਨਹੀਂ ਜੀ ਮੈਨੂੰ ਪ੍ਰਾਈਸ ਬਾਅਦ ਚੱਲ ਗਿਆ, ਇਸ ਪ੍ਰਾਈਸ ਨਾਲ ਵੇਚਾਂਗਾ ਨਹੀਂ, ਇੱਕ ਵਾਰ ਹੋਰ ਟਰਾਈ ਕਰ ਲਓ, ਅਗਰ ਜ਼ਿਆਦਾ ਮਿਲੇਗਾ ਤਾਂ ਵੇਚਾਂਗਾ, ਤੇ ਨਹੀਂ ਵੇਚਾਂਗਾ। ਦੇ ਕੈਨ ਡੂ ਆਲ ਦੋਜ਼ ਥਿੰਗਸ। ਪਰ ਬੇਵਕੂਫ ਬਣਾਉਣ ਵਾਲੀ ਪੁਲਿਸ ਬਣਾਉਣ ਵਾਲੀ ਕੋਈ ਗੱਲ ਨਹੀਂ ਹੈ। 6 ਘੰਟੇ ਵੇਚ ਨਹੀਂ ਕੀਤੇ ਸਰ। ਤੁਸੀਂ ਵੀ ਘਰ ਲੈ ਰਹੇ ਸੀ ਕਿ 1 ਮਿਲੀਅਨ ਤੋਂ ਉੱਤੇ ਦਾ, ਉਹ ਵੀ ਘਰ ਵੇਚ ਰਹੇ ਸੀਗੇ। ਬੇਵਕੂਫ ਕੋਈ ਕਿਸੇ ਨੂੰ ਨਹੀਂ ਬਣਾ ਰਿਹਾ ਸੀਗਾ। ਜਸਟ ਇਹ ਇੱਕ ਕਿਸਮ ਦੀ ਸ਼ਤਰੰਜ ਦੀ ਗੇਮ ਸੀ ਜਿਹੜੀ ਕਿ ਖੇਡ ਰਹੇ ਸੀਗੇ, ਜਿਹਦੇ ਅੰਦਰ ਉਹ ਐਂਡ ਇਜ਼ ਡਰਾ ਹੋ ਗਈ ਔਰ ਉਹਨਾਂ ਨੇ ਕਿਹਾ ਜੀ ਅਸੀਂ ਮਕਾਨ ਨਹੀਂ ਵੇਚਾਂਗੇ ਕਿਉਂਕਿ ਉਹਨਾਂ ਦੀ ਮਰਜ਼ੀ ਦਾ ਪ੍ਰਾਈਸ ਨਹੀਂ ਮਿਲਿਆ। ਉਹਨਾਂ ਨੂੰ ਪਤਾ ਹੁੰਦੇ ਸੰਦੇ ਕਿ ਮਾਰਕੀਟ ਗਿਰ ਗਈ ਹੈ ਔਰ ਹਾਈਐਸਟ ਪ੍ਰਾਈਸ ਜਿਹੜਾ ਹੈਗਾ ਉਹ ਰਿਫਲੈਕਟ ਕਰਦਾ ਹੈ ਕਿ ਮਾਰਕੀਟ ਦਾ ਪ੍ਰਾਈਸ ਕੀ ਹੈ। ਪਰ ਉਹਨਾਂ ਨੂੰ ਹੋ ਸਕਦਾ ਸੈਲਰ ਏਜੰਟ ਕਹਿ ਵੀ ਰਿਹਾ ਹੋਏ ਔਰ ਸੈਲਰ ਕਹਿ ਰਹੇ ਨਹੀਂ ਮੈਂ ਤਾਂ ਨਹੀਂ ਵੇਚਦਾ। ਐ ਸਿੰਪਲ ਜੀ ਗੱਲ ਹੈ ਸਰ। ਐਂਡ ਦਿਸ ਇਜ਼ ਮਾਰਕੀਟ ਹਾਊ ਇਟ ਵਰਕਸ। ਉਹ ਵੀ ਟਾਈਮ ਸੀ ਸਰ ਜਿਸ ਵਕਤ ਜਿਹਨੂੰ ਕਹਿੰਦੇ ਨੇ 20% ਉਹਦਾ ਮਾਰਕੀਟ ਵਿਕਿਆ ਸੀਗਾ, 30% ਉਹਦਾ ਵਿਕਦਾ ਸੀ, ਲੋਕੀ ਹੱਥ ਜੋੜਦੇ ਸੀ। ਉਹ ਵੀ ਟਾਈਮ ਆ ਗਿਆ ਕਿ 20% ਬਲੋ ਵੀ ਵਿਕ ਰਿਹਾਗਾ। ਤੇ ਦਿਸ ਇਜ਼ ਵਾਟ ਇਟ ਇਜ਼। ਤੁਸੀਂ ਆਪਣੇ ਦਿਲ ਤੇ ਨਾ ਲਗਾਓ, ਦਿਸ ਇਜ਼ ਵਾਟ ਦ ਮਾਰਕੀਟ ਇਜ਼। ਮੈਂ ਇਹ ਕਹਿਣਾ ਚਾਹਾਂਗਾ ਕੋਈ ਬੇਵਕੂਫ ਨਹੀਂ ਕਿਸੇ ਨੂੰ ਬਣਾ ਰਿਹਾ। ਅਗਰ ਉਹ ਕਲੀਅਰ ਕਹਿ ਦਿੰਦੀ ਜਿਸ ਤਰ੍ਹਾਂ ਤੁਸੀਂ ਕਿਹਾ 1,176 ਦੀ ਆਫਰ ਆ ਗਈ ਹੈ ਰਿਟਰਨ ਵਿੱਚ, ਕੰਪਲੇਨ ਕਰਦੇ ਹੋ, that means that time she is playing with your price ਜਾਂ with other price। ਤੁਹਾਡਾ ਨੰਬਰ 4 ਹੈਗਾ, ਤੁਸੀਂ ਕਿਹਾ ਅਸੀਂ ਨੰਬਰ 4 ਹੈਗੇ ਸੀ ਤੇ ਅਸੀਂ ਬਾਹਰ ਹੋ ਗਏ। ਯੂਜ਼ਲੀ ਉਹ ਕੀ ਕਰਦੇ ਨੇ ਕਿ ਟੌਪ 3 ਨੂੰ ਰੱਖ ਲੈਂਦੇ ਨੇ, ਬਾਕੀਆਂ ਨੂੰ ਬਾਹਰ ਕੱਢ ਦਿੰਦੇ ਨੇ ਕਿ ਅਸੀਂ ਬਾਹਰ ਟੌਪ 3 ਦੇ ਅੰਦਰ ਕੰਪੀਟੀਸ਼ਨ ਕਰਾਵਾਂਗੇ ਕਿਉਂਕਿ ਉਹਨਾਂ ਨੇ ਵੀ ਆਪਣਾ ਟਾਈਮ ਜਿਹੜਾ ਵੇਸਟ ਬਚਾਉਣਾ ਹੁੰਦਾ ਹੈਗਾ। ਉਹ ਬਾਕੀਆਂ ਨੂੰ ਕਿਉਂ ਪਰੇਸ਼ਾਨ ਕਰੀਏ। these are the game plans in the market which are very fair I would say। ਜੀ ਸਰ ਥੈਂਕ ਯੂ ਜੀ। ਥੈਂਕ ਯੂ ਸਰ। ਜੀ ਹਾਂਜੀ ਹਾਂਜੀ ਨੈਕਸਟ ਕਾਲ ਜੀ। ਹਾਂਜੀ ਗੁਰਸ਼ਰਨ ਜੀ ਤੁਸੀਂ ਆਉਂਦੇ ਰਹੋ। ਗੁਰਸ਼ਰਨ ਜੀ ਕੋ ਹੈ। ਹਾਂ ਵੀਰੇ ਸਤਿ ਸ੍ਰੀ ਅਕਾਲ ਸਾਰਿਆਂ ਜਣਿਆਂ ਨੂੰ। ਸਤਿ ਸ੍ਰੀ ਅਕਾਲ ਸਰ।
ਠੀਕ ਹੈ ਜੀ। ਇੱਕ ਮੇਰਾ ਕੁਐਸਚਨ ਤਾਂ ਇਹ ਸੀਗਾ ਵੀ ਜੇ 1 ਮਿਲੀਅਨ ਦਾ ਘਰ ਆਪਾਂ ਲਈਏ ਜਾਂ 1.2 ਮਿਲੀਅਨ ਦਾ ਘਰ ਲਈਏ, ਥੋੜਾ ਜਿਹਾ ਇਹਦੇ ਉੱਤੇ ਨਾ ਕੈਲਕੂਲੇਸ਼ਨ ਕਰਕੇ ਦੱਸਿਓ ਵੀ ਉਹਦਾ 25% ਜਾਂ 20% ਦੇ ਕੇ, ਜੇ ਮੈਂ ਇਨਵੈਸਟਰ ਦੀ ਗੱਲ ਕਰ ਰਿਹਾ, ਉਹ ਰੈਂਟ ਤੇ ਕਿੰਨੇ ਕੁ ਚੜ ਸਕਦਾ ਆ, ਕਿੰਨਾ ਕੁ ਉਹਦਾ ਪ੍ਰਿੰਸੀਪਲ ਲੈ ਸਕਦਾ ਆ। ਤਾਂ ਇਹਦੇ ਵਿੱਚ ਕੋਈ ਆਈ ਡੋਨਟ ਨੋ, ਪਤਾ ਨਹੀਂ ਲੋਕੀ ਬੜੇ ਪੈਨਿਕ ਹੋ ਗਏ ਆ। ਮੇਰਾ ਕਜ਼ਨ ਸੀਗਾ, ਉਹ 1998 ਦੇ ਵਿੱਚ ਉਹਦੇ ਕੋਲ 10 ਪ੍ਰਾਪਰਟੀਆਂ ਸੀਗੀਆਂ, ਤੇ ਮੈਂ ਇੱਕ ਵਾਰੀ ਉਹਨੂੰ ਕਹਿ ਬੈਠਾ, ਮੈਂ ਕਿਹਾ ਇਹਨਾਂ ਘਰਾਂ ਚੋਂ ਬਚਦਾ ਕੀ ਆ? ਕਹਿੰਦਾ ਇੱਕ ਦੇ ਵਿੱਚੋਂ $148 ਬਚਦੇ ਮੈਨੂੰ ਪ੍ਰਿੰਸੀਪਲ, ਇੱਕ ਦੇ ਵਿੱਚੋਂ ਬਚਦੇ ਹੈਗੇ $162 ਮੰਥਲੀ, ਰਾਈਟ। ਉਹ ਬੜਾ ਖੁਸ਼ ਸੀਗਾ ਇਸ ਗੱਲ ਕਰਕੇ। ਯਾਰ ਜੇ ਮਾਰਕੀਟ 20% ਅਪ ਡਾਊਨ ਹੋ ਗਈ ਆ ਤਾਂ ਹਰ ਬੰਦੇ ਨੂੰ ਥੋੜਾ ਇਹਦੇ ਵਿੱਚ ਆ ਜਾਣਾ ਚਾਹੀਦਾ, ਤਾਂ ਕਿ ਉਹ 2 ਸਾਲ ਪੈਸੇ ਪ੍ਰਿੰਸੀਪਲ ਜਾਂ ਥੋੜਾ ਰੈਂਟ ਘੱਟ ਵੀ ਆ ਗਿਆ। ਤਾਂ ਏਦਾਂ ਨਹੀਂ ਕਰਨਾ ਚਾਹੀਦਾ ਹੈਗਾ ਵੀ ਯਾਰ ਮਰ ਚੱਲੇ ਜਾਂ ਕੀ ਹੋ ਗਿਆ, ਪਹਾੜ ਡਿੱਗ ਚੱਲਿਆ। ਥੋੜਾ ਜਿਹਾ ਬਹੁਤ ਚੰਗੀ ਗੱਲ ਹੈ, ਬਿਲਕੁਲ ਠੀਕ ਤੁਸੀਂ ਕਿਹਾ, ਬਿਲਕੁਲ ਠੀਕ ਹੈ। ਕਿਉਂਕਿ ਯੂ ਆਰ ਇਨ ਤੁਸੀਂ ਪੈਸੇ ਦੀ ਮਾਰਕੀਟ ਵਿੱਚ ਖੇਡ ਰਹੇ ਹੋ, ਪੈਸੇ ਨਾਲ ਤੁਸੀਂ ਕੰਮ ਕਰ ਰਹੇ ਹੋ। ਮੈਨੂੰ ਵੀ कल किसी का फोन आया कि जी वो मेरा रेंट जो है 200 बढ़ाने के बावजूद भी जी मेरे को मेरी जेब से इतना जा रहा है। अरे मैंने कहा भाई तूने इसके ऊपर पैसे लगाए थे 70,000 और 3 लाख तेरे को प्रॉफिट हो गया है, क्लोजिंग कॉस्ट भी 30,000 लगा लो, 1 लाख का तेरा 4 लाख बन गया। अब 3 लाख के अंदर अगर तेरा साल के बाद 4,000 महीने का भी लगा लो, मान लो है नहीं महीने का, मान लो चलो साल का 50,000 भी कम हो जाता है, तो क्या पता आगे तेरे को अगर ये गारंटी हो जाएगी सबका प्राइस 100% बढ़ेगा और सबको 100% प्रॉफिट होगा, तो लोग क्या करेंगे, सारी जिंदगी में काम छोड़ के रियल एस्टेट में लग जाएंगे। ये बिजनेस है भाई। और दूसरी को तुझे क्या 1 मिलियन देते अगर तुझे 25% दे देंगे हो तो बाकी जो 7,50,000 रह गया, 7,50,000 आज की डेट उत्ते अंदाजा मैं दस रहा वेरीएबल उत्ते लगभग 3750 थोड़ा मॉडगेज आ जाती है जी। 3750 जी थोड़ी मॉडगेज आ जाती है, अगर तुम वेरीएबल कैलकुलेट करते हो तो वो अंदर थोड़ा जो इंटरेस्ट जो शुरू च आता है वो लगभग $2,000 चला जाता जी इंटरेस्ट। ते अगर देखा जाए तो 1750 थोड़ा कर्जा भी हर महीने उतर रहेगा। अगर थोड़ी पल्ले हो जेब तो $1,000 महीना भी ज्यादा चला जाता है इस हाई इंटरेस्ट उत्ते, तो देखो तुम फिर भी $750 महीने का बेनीफिट हो रहा है, तारा कर्जा भी उतार रहे हैं। है भी तो देखना पैंदा ना। असं लोग घबरा जाने हैं कि साढ़े को कैश फ्लो नहीं है। अगर कैश फ्लो नहीं है तो यू आर नॉट ए गुड इन्वेस्टर। तुम इन्वेस्टमेंट क्यों की? तो फिर इन्वेस्टर है ही नहीं सीगे, तो स्पेकुलेटर सीगे। थोड़ा जवाब बड़ा चंगा सर, आई अप्रीशिएट। एग्जैक्टली ਉਹ ਬਿਕੀ ਮੇਰੇ ਕੋਲ ਕਜ਼ਨ ਦੇ ਕੋਲ ਅਜੇ ਵੀ, ਮੈਂ ਉਹਨੂੰ ਪਿਛਲੀ ਵੀ ਕਰਦਾ ਸੀ, ਮੈਂ ਕਿਹਾ ਇੰਟਰਸਟ ਸੇ ਵੱਧ ਗਿਆ। ਉਹ ਕਹਿੰਦਾ ਮੇਰੇ ਕੋਲ 25 ਘਰ ਆ, ਕਹਿੰਦਾ ਹਰੋਂ ਖੇਰ, ਕਹਿੰਦਾ ਮੈਂ ਉਦੋਂ ਦਾ ਲੱਗਾ 1995-96 ਦਾ, ਰਾਈਟ। ਮੇਰੇ ਕੋਲ ਘਟ ਗਿਆ ਵੱਧ ਜਾਣੋ, ਕਹਿੰਦਾ ਮੈਂ ਐਡਾ ਜ਼ਿਆਦਾ ਨਹੀਂ ਕਰਦਾ ਹੈਗਾ ਵੀ ਘਟ ਗਿਆ ਜ਼ਿਆਦਾ। ਉਹ ਕਹਿੰਦਾ ਮੇਰਾ ਬਿਜ਼ਨਸ ਆ। ਹਾਂ ਬਿਲਕੁਲ ਬਿਕੀ ਇੱਕ ਮੈਂ ਤੁਹਾਨੂੰ ਹੋਰ ਦੱਸਣੀ ਗੱਲ, ਮੈਂ 1978 ਦੇ ਵਿੱਚ ਨਾ ਇੰਡੀਆ ਦੇ ਵਿੱਚ ਅਸੀਂ 2 ਜਣਿਆਂ ਨੇ ਫਰੈਂਡਾਂ ਨੇ ਆਲੂ ਲਾ ਲਏ 3 ਖੇਤ। ਉਹ ਆਲੂਆਂ ਦਾ ਭਾਅ ਇੰਨਾ ਘਟ ਗਿਆ ਵੀ ਉਹ ਸਾਡੇ ਜਾਨੀ ਕਿ ਕੁਛ ਵੀ ਨਹੀਂ ਪੱਲੇ ਪਿਆ, ਰਾਈਟ। ਤਾਂ ਉਹ ਜਿਹੜਾ ਆੜਤੀਆ ਸੀਗਾ ਉਹ ਆਇਆ ਘਰ, ਕਹਿੰਦਾ ਯਾਰ ਇਹ ਘਾਟੇ ਵਾਲਾ ਸੌਦਾ, ਤੁਸੀਂ ਘਾਟੇ ਵਾਲਾ ਸੌਦਾ ਨਾ ਸਮਝੋ ਇਹਨੂੰ। ਅਸੀਂ ਕਿਹਾ ਯਾਰ ਸਾਨੂੰ ਤਾਂ ਬਚਿਆ ਹੀ ਕੁਛ ਨਹੀਂ। ਉਹ ਕਹਿੰਦਾ ਤੁਹਾਨੂੰ ਤੁਹਾਡੀ ਜ਼ਮੀਨ ਬਚ ਗਈ, ਰਾਈਟ, ਜਿੰਨੇ ਖਰਚੇ ਲੱਗੇ ਸੀਗੇ ਉਹ ਪੂਰੇ ਹੋ ਗਏ। ਹਰ ਵਾਰੀ ਥੋੜੋ ਵੀ ਆਲੂਆਂ ਦੇ ਵਿੱਚੋਂ ਜਾਣੀ ਕਿ ਤੁਹਾਡਾ 20,000 ਬਚਣਾ ਸੀਗਾ ਜਾਂ ਲੱਖ ਉਹ ਯਾਰ, ਤਾਂ ਜੀ ਉਹ 1-2 ਸਾਲ ਕੋਈ ਗੱਲ ਨਹੀਂ, ਐਡੀ ਵੱਡੀ ਗੱਲ ਨਹੀਂ ਹੈਗੀ। ਜੇ ਥੋੜਾ ਜਿਹਾ ਨਾ ਸਾਈਜ਼ ਦੇ ਨਾਲ ਚੱਲਣਾ ਚਾਹੀਦਾ, ਤਾਂ ਕਿ 1-2 ਸਾਲ ਜੇ ਘੱਟ ਵੀ ਵੱਧ ਗਏ, ਰੈਂਟ ਤੋਂ ਨਾ ਵੀ ਬਚੇ ਤਾਂ ਸੌਖੇ, ਰਾਈਟ ਹੈ ਨਾ। ਮਾਰਕੀਟ ਨੂੰ ਨਾ ਸਮਝੋ ਵੀ ਬਹੁਤ ਉੱਪਰ ਚੱਲ ਗਈ, ਬਹੁਤ ਥੱਲੇ ਚੱਲ ਗਈ। ਥੋੜਾ ਜਿਹਾ ਆਪਣੇ ਆਪ ਨੂੰ ਐਡਜਸਟ ਕਰਕੇ ਰੱਖਣਾ ਚਾਹੀਦਾ। ਧੰਨਵਾਦ ਮਾਰੀ। थैंक यू। मैं यही कहूँगा जाते जाते थोड़े कि चिकन हार्ट जड़े ने पीपल, कमजोर दिल पीपल जड़े ने वो इन्वेस्टर ना करन, क्योंकि अगर वो खुश फहमी, गलत फहमी नहीं, खुश फहमी के अंदर बैठे ने कि प्रॉफिट ही हमेशा होएगा, हमेशा मैं कैश फ्लो पॉजिटिव ही होएगा, तो बड़ी बड़ी खुश फहमी जिन्हें वो इन्वेस्टर ना करन। ए गेम वास्ते जो तैयार रहता है, इसी करके मैं बैठ के मीटिंग करना होना 1 घंटे की कि भी यह बंदा कितना ज्यादा सैटबैक नू झेल सकता है और कितना लंबा खेल सकता है। मैं बड़ा हैरान होना कि 60-70 हजार लगा के अगर 2.5-3 लाख कीमत बढ़ गई। मैंने अभी ये फोन मैंने बड़ी मोटी इनकम वाले 4-5 लाख डॉलर इनकम वाले बंदे किसी मैंने जो बुक किया था वो मेरे को बिल्डर मेरे से वापस ले लेगा।
मतलब कमाल है यार, क्वेश्चन करना ही गलत है कि हाफ मिलियन जी इनकम है वो हाईली क्वालिफाइड बंदे होंगे। बिल्डर में जो मतलब बिल्डर तेरे को इसलिए दे रहा है कि जब घाटा हो तो बिल्डर वापस ले लेगा, मतलब सेंसिबल गल पूछना ही बेवकूफी है। मतलब फिर हासी आती है तो कई बार मेरा बीपी हाई हो जाता है, फिर मैं उन्होंने समझा के अच्छा ऐसे हो सकता है कि मेरा असाइनमेंट भेज दो, अभी तो असाइनमेंट खुली भी नहीं है, जब तक आपका टाइम आएगा तब तक कीमतें बढ़ जाएंगी, आप इसकी गारंटी ले लोगे? मैं कहा खरीदोगा तुमने क्या सीखा तू, मैंने चल हूं दे दे अपने परचेज प्राइस होते मैं हूं लेकर को ले लेना, तेरा एग्रीमेंट कर लेना, नहीं वो तो मैं प्रॉफिट वो तो मैं प्रॉफिट में बेचूंगा। मतलब एवरेज ही गलना अनाड़ियां। मेरी तबीयत खराब रहती है तो मैं करना नहीं चाहता, अगर तबीयत खराब रहती है करना नहीं चाहते तो आप अभी भेज लो, अपना पैसा वो भी ले लो, नहीं वो तो मैं प्रॉफिट बेचूंगा, वो तबीयत खराब कितने होगी जी। तो कई बार मैंने कहीं नु कहना पैदा है जो बार बार मैंने फोन करते हैं 2-2 महीने 3-3 महीने बाद कि देखो जो मैं आज तुमसे बात कर रहा हूँ आज इसकी रिकॉर्डिंग चला लो और ये सब रिकॉर्ड कर लो, अगली बार जब आप ये क्वेश्चन करोगे तो इसी रिकॉर्डिंग को दोबारा सुन लेना, मेरा टाइम तो छोड़ दो ना कम से कम, क्योंकि तुमने वो क्वेश्चन मेरे को साल में 6 बार पूछना है, तो ये रिकॉर्डिंग करके रख लो, वही क्वेश्चन आपके रिपीट होते हैं, वही मेरे आंसर रिपीट होते हैं, तो इसको सुन लो, आप अपनी तसल्ली कर लो। हाँ जी हाँ जी मेरी गल तो तकरीबन कंप्लीट ही है, पर मैं पीके साहब ਨੂੰ ਇਹ ਲੱਗਾ ਸੀ ਦੱਸਣ ਵੀ ਅਸੀਂ ਬਿਜ਼ਨਸ ਕਰਦੇ ਆ, ਜਿਹੜੇ ਮੇਰੇ ਪੈਸੇ ਮੇਰੇ ਡਾਲਰ ਹੈ ਨਾ ਉਹ ਮੇਰੇ ਆ, ਬਿਲਡਰ ਦੇ ਡਾਲਰ ਥੋੜੋ ਹੈਗੇ ਆ, ਘਾਟਾ ਪਵੇ ਤਾਂ ਬਿਲਡਰ ਨੂੰ ਪਵੇ ਜਾਂ ਦੂਸਰੇ ਬੰਦੇ ਨੂੰ ਪਵੇ, ਮੈਨੂੰ ਨਹੀਂ ਪੈਣਾ ਚਾਹੀਦਾ। ਥੈਂਕਸ ਧੰਨਵਾਦ ਜੀ। ਠੀਕ ਹੈ ਧੰਨਵਾਦ, ਥੈਂਕ ਯੂ ਸਰ, ਥੈਂਕ ਯੂ। हाँ जी अगली कॉल और ਵਧਦੇ ਜੀ ਤੇਜਿੰਦਰ ਜੀ ਤੁਸੀਂ ਆਉਂਦੇ ਰਹੋ। हाँ जी सत श्री अकाल जी साਰਿਆਂ ਨੂੰ, ਸਤਿ ਸ਼੍ਰੀ ਅਕਾਲ सर। हाँ जी थोड़ी कॉमेंट मैं क्रिकेट ਤੇ ਕਰਦਾ ਸਰ, ਤਾਂ ਹੀ ਤਾਂ ਕਹਿੰਦੇ ਹੁੰਦੇ ਆਲਵੇਜ਼ ਡੋਂਟ ਟੇਕ ਦ ਅੰਡਰਡੌਗ ਲਾਈਟਲੀ, ਤੇ ਅਫਗਾਨਿਸਤਾਨ ਵਾਲੇ ਕਮਾਲ ਕਰ ਰਹੇ ਅੱਜ। ਤੇ ਬਾਕੀ ਮੈਂ ਜੀ ਪੰਕਜ ਮੋਂਗਾ ਸਾਹਿਬ ਨੂੰ ਕੰਸਟਰਕਟਿਵ ਕ੍ਰਿਟਿਸਿਜ਼ਮ ਆ ਅੱਜ ਇਹਨਾਂ ਨੇ, ਵੈਸੇ ਨਾ ਕਾਫੀ ਪਹਿਲੀ ਵਾਰ ਮੈਂ ਦੇਖਿਆ ਵੀ ਇਹਨਾਂ ਦੇ ਵਿਊ ਪੁਆਇੰਟ ਇਹਨਾਂ ਨੇ ਆਪਦੇ ਰੱਖੇ ਆ, ਥੋੜਾ ਜਿਹਾ ਪੀਕੇ ਸੱਭਰਵਾਲ ਉਹਨਾਂ ਨਾਲੋਂ ਡਿਫਰੈਂਟ, ਮੋਸਟਲੀ ਆ ਤਾਂ ਉਹਨਾਂ ਦੀ ਹਾਂ ਜੀ ਹਾਂ ਬਣਾ ਦਿੰਦੇ ਆ, ਜਿਵੇਂ ਵੀ ਮਾਰਕੀਟ ਦੇ ਬਾਰੇ ਜਿਹੜੀ ਵੀ ਗੱਲ ਹੁੰਦੀ ਹੈ ਰੀਅਲ ਸਟੇਟ ਦੀ, ਪਰ ਅੱਜ ਇਹਨਾਂ ਨੇ ਕਿਹਾ ਜੋ ਐਕਚੁਅਲੀ ਹੋਣਾ ਚਾਹੀਦਾ ਮਾਰਕੀਟ ਦੇ ਵਿੱਚ ਜੋ ਬੈਂਕ ਆਫ ਕੈਨੇਡਾ ਕਰ ਰਿਹਾ ਬਿਲਕੁਲ ਠੀਕ ਕਰ ਰਿਹਾ। ਇਕਨੋਮੀ ਸਿਰਫ ਆਪਣੀ ਰੀਅਲ ਸਟੇਟ ਨਹੀਂ ਹੋਣੀ ਚਾਹੀਦੀ, ਆਪਾਂ ਨੂੰ ਹੋਰ ਵੀ ਬਥੇਰੇ ਬਿਜ਼ਨਸ ਦੇਖਣੇ ਚਾਹੀਦੇ ਆ, ਕਿਉਂਕਿ ਜੇ ਰੀਅਲ ਸਟੇਟ 'ਚ ਪੈਸਾ ਈਜ਼ੀ ਮਿਲਦਾ ਉਹ ਸਾਰਾ ਪੈਸਾ ਲੋਕ ਚੱਕ ਕੇ ਬਹੁਤ ਈਜ਼ੀਲੀ ਸਾਰੇ ਪਾਸੇ ਸਪੈਂਡ ਕਰਦੇ ਆ, ਤੇ ਉਹਦੇ ਨਾਲ ਫਿਰ ਇਨਫਲੇਸ਼ਨ ਵੱਧਦੀ ਹੋਈ ਹੈ, ਘਟਦੀ ਨਹੀਂ ਹੈ। ਤੇ ਥੈਂਕ ਯੂ ਫॉर दैट। ਬਿਲਕੁਲ ਠੀਕ ਹੈ ਜੀ, ਇਹ ਵੀ ਸਹਿਮਤ ਆ ਕਿ ਪ੍ਰਾਈਸ ਰੁਕਣੇ ਚਾਹੀਦੇ ਸੀਗੇ, ਰੁਕੇ ਨੇ, ਨਹੀਂ ਤੇ ਅੱਗ ਲੱਗ ਚੁੱਕੀ ਸੀਗੀ, ਲੋਕੀ ਕੱਢ ਕੇ ਵਾਕਈ ਪਾ ਰਹੇ ਸੀਗੇ, ਵਿਚ ਵਾਸ ਨਾਟ ਗੁੱਡ ਐਟ ਆਲ। ਕਿਉਂਕਿ ਆਪਾਂ ਨੂੰ ਯਾਦ ਆ ਜਦੋਂ ਪਿਛਲੇ ਸਾਲ ਗੱਲਾਂ ਆਪਾਂ ਕਰਦੇ ਸੀ ਵੀ ਇੰਟਰਸਟ ਰੇਟ ਬਹੁਤ ਗਿਰ ਗਈ ਹੈ, ਪ੍ਰਾਈਸ ਰੋਕਣੀ ਚਾਹੀਦੀ ਹੈ, ਇਹਨਾਂ ਨੂੰ ਮਾਰਕੀਟ ਦੇ ਲਈ ਕੁਛ ਨਾ ਕੁਛ ਕਰਨਾ ਚਾਹੀਦਾ, ਇਨਵੈਸਟਰ ਨੂੰ ਰੋਕਣਾ ਚਾਹੀਦਾ। ਇਹਨਾਂ ਨੇ ਉਦੋਂ ਆਪਣੀ ਕੁਛ ਨਹੀਂ ਸੁਣੀ, ਸਾਰੇ ਇਕਨੋਮਿਸਟ ਉਦੋਂ ਸਾਰਾ ਕੁਛ ਕਹਿੰਦੇ ਰਹੇ ਆ, ਤਾਂ ਬੈਂਕ ਆਫ ਕੈਨੇਡਾ ਉਹੀ ਕਰਦਾ ਜੋ ਉਹਦਾ ਦਿਲ ਕਰਦਾ। ਮੇਰੇ ਖਿਆਲ ਨਹੀਂ ਜੋ ਮਰਜ਼ੀ ਕੋਈ ਕੁਛ ਕਹੀ ਜਾਵੇ, ਉਹਨਾਂ ਦਾ ਜਿਹੜਾ ਮੋਟਿਵ ਆ ਜਿੰਨਾ ਚਿਰ ਉਹ ਪੂਰਾ ਨਹੀਂ ਹੁੰਦਾ ਦੇ ਡੋਂਟ ਲਿਸਨ ਟੂ ਐਨੀਵਨ ਜੀ। ਹਾਂਜੀ ਪੀਕੇ ਜੀ ਮੈਂ ਤੁਹਾਨੂੰ ਆ ਪੁੱਛਣਾ ਸੀ, ਜੇ ਹੁਣ ਤੁਹਾਡੀ ਕੀ ਸਲਾਹ ਹੈ ਕਿਸੇ ਦੀ 7 ਲੱਖ ਮੌਰਗੇਜ ਹੋਵੇ ਤੇ ਵੇਰੀਏਬਲ ਰੇਟ ਤੇ ਹੋਵੇ ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਅੱਜ ਦੀ ਡੇਟ ਦੇ ਵਿੱਚ? ਨਹੀਂ ਜੀ ਉਹ ਪਹਿਲੀ ਗੱਲ ਤਾਂ ਮੈਂ ਮੌਰਗੇਜ ਬ੍ਰੋਕਰ ਨਹੀਂ ਹੈਗਾ, ਉਹ ਇੱਥੇ ਆਉਂਦੇ ਨੇ ਦੋ ਵੱਡੇ ਵੱਡੇ ਗਿਆਨੀ, ਇੱਥੇ ਕਮਲ ਭਾਟੀਆ ਜੀ ਆਉਂਦੇ ਨੇ ਤੇ ਆਯਾਜ਼ ਭਾਨ ਜੀ ਆਉਂਦੇ ਨੇ, ਮੇਰੇ ਖਿਆਲ ਉਹਨਾਂ ਕੋਲ ਪੁੱਛੋ। ਪਰ ਦੂਜਾ ਡਿਪੈਂਡ ਕਰੇਗਾ ਕਿ ਇਹਨਾਂ ਦੋਨਾਂ ਦੇ ਅੰਦਰ ਡਿਫਰੈਂਸ ਕਿੰਨਾ ਹੈ, ਸਪੋਜ਼ ਕਰੋ ਇਹਨਾਂ ਦੋਨਾਂ ਦੇ ਅੰਦਰ 1% ਤੋਂ ਜ਼ਿਆਦਾ ਦਾ ਫਰਕ ਹੈਗਾ ਤਾਂ ਆਈ ਸਟਿਲ ਗੋ ਵਿਦ ਵੇਰੀਏਬਲ। मैं अपने पर्सनल व्यू दे रहा, आई एम नॉट ए मॉडल ब्रोकर। अगर क्योंकि मैंने जो जिस तरह मोंगा जी ने कहा कि अजय इंटरेस्टेड होर होने की उम्मीद है, तो इफ द डिफरेंस इज बिटवीन बोथ ऑफ देम इज मोर देन 1%, आई विल स्टिल गो विद वेरिएबल, अदरवाइज आई विल स्टिक विद जो कहते हैं फिक्सड। क्योंकि कुछ इकोनॉमिस्ट ने यह भी रिपोर्ट दी हैगी कि रेट गिरन वाले बहुत जल्दी नहीं है, दीज आर गोइंग टू स्टे, तो उस हिसाब नाल मैं फिर वेरिएबल वल जाना चाहवागा अगर 1% तो ज़्यादा फर्क होएगा जी सर। और जो मैं रिपोर्ट देना तेजिंदर जी, वो मैं ना रिपोर्ट मैं अपनी नहीं देता, मैं अलग अलग इकोनॉमिस्ट की रिपोर्ट लिया अगे रख देना होना, और अंदर थोड़ा जिहा अपना मैं विचार पा देना। तो कई बार इकोनॉमिस्ट आपस में भी एक दूसरे के अगेंस्ट रिपोर्ट देंगे ने, अगे मतलब लड़ते नहीं है, अपने अपने विचार देंगे ने, तो उस विचार के बाद जो मेरा विचार बनता है मैं अपना विचार ही पा देना होना। तो ना सहमत होना और सहमत होना इज नॉट इंपॉर्टेंट, पर एक दूसरे को एप्रीशिएट करना इज मोर इम्पोर्टेंट। मैं अगर लड़ पावा कि जी मोंगा जी यू आर वेरी रॉन्ग और लड़ाई कर रहा, मैं उन्होंने कहा यस आई रिस्पेक्ट योर व्यूज बट दीज आर माई व्यूज। सेम थिंग अगर मोंगा जी कहते हैं कि यस आई रिस्पेक्ट योर व्यूज बट दीज आर माई व्यूज, बहुत चंगा लगेगा मैनू। और इस करके हर जगह ही होना चाहिए, और नहीं तो फिर कोई अंत ही नहीं है किसी चीज का। और अलग अलग विचार जिसको अलग अलग विचार जिसका आते ने,
ਤਾਂ ਹੀ ਜਾ ਕੇ ਕੰਸਟਰਕਟਿਵ ਕੋਈ ਇੱਕ ਆਨਸਰ ਬਣਦਾ ਹੈਗਾ। ਅਗਰ ਇੱਕੋ ਹੀ ਵਿਚਾਰ, ਹਾਂ ਦੇਖੋ ਡਿਸਕਸ਼ਨ ਕਿਉਂ ਹੁੰਦਾ ਹੈ, ਜਿਸ ਕੋ ਸਾਡੇ ਆਪਣੇ ਆਪਣੇ ਵਿਚਾਰ ਹੁੰਦੇ ਨੇ, ਸਭ ਦਾ ਵਿਚਾਰ ਹੀ ਹੋ ਗਿਆ, ਹਾਂ बारिश आएगी, हाँ जी आएगी, टॉपिक ही खत्म हो गया, बोलो की करोगे। दूसरा कहेगा नहीं जी मेरे हिसाब से नहीं आएगी, नहीं जी वो फलानी रिपोर्ट कह रही थी इतने बजे आएगी, डिस्कशन शुरू हो गया। लेकिन सबने अगर हाँ करती तो डिस्कशन ही खत्म हो गया, चार नहीं खत्म हो गया। यही तो फायदा वाई मीडिया का कि असं अपने अपने विचार रख देने तो बड़ा इंटरेस्टिंग टॉपिक बन जाता है। और विचार कई बार युद्धवीर जी अपना विचार लैके आते हैं तो होर मजा आ जाता है। यही ब्यूटी है वाई मीडिया की जी। बिल्कुल सर, विचार अलग अलग होण तां ही डिबेट दा ते डिस्कशन। जी सर, जी सर, जी सर। पंकज मंगा जी कीप इट अप, थैंक यू। थैंक यू सर, थैंक यू। वैसे तो ਤੁਸੀਂ ਪੀਕੇ ਜੀ ਤੁਸੀਂ ਬਿਲਕੁਲ ਸਹੀ ਕਿਹਾ। ਇਹ ਚੀਜ਼ ਐਵੇਂ ਹੁਣ ਤੁਸੀਂ ਅੱਜ ਦਾ ਐਗਜ਼ਾਮਪਲ ਤੁਸੀਂ ਸਾਹਮਣੇ ਸਾਡੇ ਹੈਗਾ, ਬੈਂਕ ਆਫ ਕੈਨੇਡਾ ਕਹਿ ਰਿਹਾ ਹੈ ਵਧਾਣਾ ਪਏਗਾ, CIBC ਕਹਿ ਰਿਹਾ कि रोक दो। ਹੁਣ ਦੋਨੋਂ ਅਲੱਗ ਅਲੱਗ ਹੋ ਗਏ, ਦੋਨੋਂ ਅਲੱਗ ਅਲੱਗ ਹੋਏ ਪਏ। ਅੱਛਾ ਅਗਰ ਮੈਂ ਬੈਂਕ ਆਫ ਕੈਨੇਡਾ ਦੀ ਗੱਲ ਮੰਨਣਾ ਤੇ ਮੈਂ ਮੋਗਾ ਜੀ ਦੇ ਨਾਲ ਹੋ ਗਿਆ, और मैं CIBC की गल की तो मोगा जी अगेंस्ट हो गया। पर मैं तो मोगा तो इज लाइक माई छोटा ब्रदर, मैं तो अलग होऊंगा ही नहीं, मैं इकट्ठे होवांगा जरूर, अलग तो होवांगा ही नहीं, पर विचार मैं अपने जरूर देंगा देने भी चाहिए। जी 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 जी। और इतने मैं कुछ बस दो चीज़ें ऐड कर दियां कि ਤੁਸੀਂ ਕਦੇ ਵੀ ਦੇਖ ਲੈਣਾ, ਜੇ ਤੁਸੀਂ 10 ਇਕੋਨੋਮਿਸਟ ਨੂੰ ਪੁੱਛੋਗੇ ਨਾ, 10 ਇਕੋਨੋਮਿਸਟ ਨੂੰ ਕਿ ਜੀ ਆਉਣ ਵਾਲੇ 1 ਸਾਲ ਦੀ ਇਕੋਨਮੀ ਦੇ ਬਾਰੇ ਦੱਸੋ, 10 ਇਕੋਨੋਮਿਸਟ ਨੇ ਕਦੇ ਵੀ ਨਹੀਂ ਹੋਏਗਾ ਕਿ 10 ਦੇ 10 ਵਿਚਾਰ ਇੱਕੋ ਜਿਹੇ ਹੋਣਗੇ, ਕਦੇ ਵੀ ਨਹੀਂ ਹੋਏਗਾ। ਅੱਛਾ ਤੁਸੀਂ 10 ਇਕੋਨੋਮਿਸਟ ਨੂੰ ਇਹ ਪੁੱਛ ਲਓ ਜੀ ਅਸੀਂ ਕੰਟਰੀ ਦੀ ਇਕੋਨਮੀ ਕਿੱਦਾਂ ਚਲਾਉਣੀ ਹੈ, ਕੀ ਅਸੀਂ ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ ਇੰਟਰਸਟ ਰੇਟ ਵਧਾਈਏ ਕਿ ਘਟਾਈਏ, ਕਦੇ ਵੀ ਨਹੀਂ ਹੋਏਗਾ ਕਿ 10 ਦੇ 10 ਇਕੋਨੋਮਿਸਟ ਉਹਨਾਂ ਨੇ ਮਾਸਟਰਸ ਕੀਤੀ ਹੋਏਗੀ, PhD ਕੀਤੀ ਹੋਏਗੀ, ਯੇਲ ਯੂਨੀਵਰਸਿਟੀ, ਹਾਰਵਰਡ, ਪਤਾ ਨਹੀਂ ਕਿੱਥੋਂ ਕਿੱਥੋਂ ਪੜ੍ਹੇ ਹੋਣਗੇ, ਤਾਂ ਵੀ ਉਹਨਾਂ ਦੇ ਵਿਚਾਰ 10 ਦੇ ਸੇਮ ਨਹੀਂ ਹੋਣਗੇ। ਉਹਨਾਂ ਦੇ ਵਿਚਾਰ 99% ਤੁਸੀਂ ਦੇਖੋਗੇ 10 ਇਕੋਨੋਮਿਸਟ ਨੇ, ਉਹਨਾਂ ਦੇ ਵਿਚਾਰ ਅਲੱਗ-ਅਲੱਗ ਹੋਣਗੇ। ਔਰ ਬਹੁਤ ਵਾਰ ਐਸਾ ਹੁੰਦਾ ਹੈ ਕਿ ਇਕੋਨੋਮਿਸਟ ਪ੍ਰਿਡਿਕਸ਼ਨ ਕਰਦੇ ਨੇ, ਬੜੇ ਇਕੋਨੋਮਿਸਟ ਪ੍ਰਿਡਿਕਸ਼ਨ ਕਰਦੇ ਨੇ ਕਿ ਜੀ ਹਾਂਜੀ ਜੌਬ ਨੰਬਰ ਜਿਹੜੇ ਉਹ ਹੁਣ ਸਾਡੇ ਇਦਾਂ ਦੇ ਹੋਣਗੇ। ਕਈ ਵਾਰ ਉਹ ਕਹਿੰਦੇ ਜੀ ਲੱਖ ਨੌਕਰੀਆਂ ਕ੍ਰੀਏਟ ਹੋ ਜਾਣਗੀਆਂ, ਉਹ ਪਤਾ ਲੱਗਦਾ 50,000 ਚਲੀ ਗਈਆਂ। ਇਕੋਨੋਮਿਸਟ ਕਹਿੰਦੇ ਜੀ 50,000 ਲੱਖ ਨੌਕਰੀਆਂ ਚਲੀਆਂ ਜਾਣਗੀਆਂ, ਉਹ ਪਤਾ ਲੱਗਦਾ ਲੱਖ ਨੌਕਰੀਆਂ ਕ੍ਰੀਏਟ ਹੋ ਗਈਆਂ। ਸੋ ਇਹ ਸਾਰੇ ਆਪਣੇ ਆਪਣੇ ਵਿਚਾਰ ਨੇ, ਹਰੇਕ ਦੇ ਆਪਣੇ ਇੰਡੀਵਿਜੂਅਲ ਵਿਚਾਰ ਨੇ। ਔਰ ਮੈਂ PK ਜੀ ਦੀ ਗੱਲ ਨੂੰ ਬਸ 1 ਮਿੰਟ ਲਈ ਅੱਗੇ ਵਧਾ ਦੇਵਾਂ। ਮੋਸਟ ਇੰਪੋਰਟੈਂਟ ਥਿੰਗ ਵੀ ਆਲ ਹੈਵ ਟੂ ਐਪਰੀਸ਼ੀਏਟ ਦ ਡਿਫਰੈਂਸ ਇਨ ਓਪੀਨੀਅਨ। ਕੋਈ ਹਾਂ ਨਹੀਂ ਮਿਲਾ ਰਿਹਾ, ਕੋਈ ਕਿਸੇ ਦੇ ਅਗੇਂਸਟ ਨਹੀਂ ਗੱਲ ਕਰ ਰਿਹਾ ਨਾ। ਜੇ ਅਸੀਂ ਵਿਚਾਰ ਵੱਖਰਾ ਹੋ ਗਿਆ ਤਾਂ ਕੋਈ ਕਿਸੇ ਦੇ ਅਗੇਂਸਟ ਨਹੀਂ ਹੈ। ਜੇ ਕਿਸੇ ਦੇ ਨਾਲ ਕੋਈ ਗੱਲ ਐਗਰੀ ਕਰ ਗਿਆ ਤੇ ਉਹ ਹਾਂ ਨਹੀਂ ਮਿਲਾ ਰਿਹਾ। ਵੀ ਆਲ ਹੈਵ ਟੂ ਐਪਰੀਸ਼ੀਏਟ, maybe sometimes views are similar, sometimes there is a difference of opinion। बहुत शुक्रिया, थैंक यू तेजेंद्र जी, थैंक यू। थैंक यू सर, थैंक यू। हाँ जी अगली कॉलर बढ़ते हैं जी। हाँ जी कपिल जी तुसी आते रहो। कपिल जी। PK जी, पंकज जी, युद्धवीर जी नमस्कार। नमस्कार सर। युद्धवीर जी PK साहब ਨੂੰ ਕੁਐਸਚਨ ਸੀਗਾ ਇੱਕ ਛੋਟਾ ਜਿਹਾ। ਜੀ ਸਰ। PK ਸਰ ਜਿੱਦਾਂ M3 ਕੰਡੋ ਹੈ ਉਹਦੇ 90% ਛੱਡ ਕੇ 100% ਹੀ ਸੋਲਡ ਹੋ ਗਏ ਦੇ ਆ, ਹੈ ਨਾ? ਹਾਂ ਦੋਨੋਂ ਹੈ ਹੀ ਨਹੀਂ ਵੇਚਣ ਵਾਸਤੇ ਕੁਝ। ਹਾਂਜੀ ਬੁੱਕ ਹੋ ਚੁੱਕੇ ਦੇ ਆ ਤੇ ਉਹਨਾਂ ਦੀ ਜਿੱਦਾਂ ਕਹਿੰਦੇ ਆ ਨਾ 20% ਜਦੋਂ ਦੇ ਦਿਓ ਤੁਸੀਂ ਉਹਨਾਂ ਦਾ ਡਿਪੋਜ਼ਿਟ ਤੇ ਉਦੋਂ ਤੁਸੀਂ ਅਸਾਈਨਮੈਂਟ ਕਲਾਸ ਦੇ ਥਰੂ ਵੇਚ ਸਕਦੇ ਹੋ। ਨਹੀਂ ਮੈਨੂੰ ਕਲੀਅਰ ਕਰਦਾ ਜਾਵਾਂ ਨਾਲ ਉਹਦੇ ਬਾਅਦ ਤੁਸੀਂ ਉਹਨਾਂ ਨੂੰ ਰਿਕੁਐਸਟ ਪਾ ਸਕਦੇ ਹੋ ਤੇ ਉਹ ਦੇਖਣਗੇ ਕਿ ਅਗਰ ਉਹਨਾਂ ਦੇ 95% ਸੋਲਡ ਆਊਟ ਹੋ ਗਏ ਨੇ ਤੇ ਉਹ ਅਲਾਉ ਕਰਨਗੇ ਕਿ ਨਹੀਂ ਕਰਨਗੇ। ਹੁਣ ਤੁਸੀਂ ਕਹੋਗੇ ਜੀ ਮੈਂ ਕਹਿ ਰਿਹਾ ਕਿ 100% ਸੋਲਡ ਆਊਟ ਹੈ। ਨੋ, 100% ਜਿਹੜਾ ਉਹਨਾਂ ਨੇ ਰਿਲੀਜ਼ ਕੀਤਾ ਸੀ ਸੋਲਡ ਆਊਟ ਹੈ। ਬਿਲਡਰ ਆਪਣੇ ਕੋਲ 5-10% ਪ੍ਰਾਪਰਟੀ ਰੱਖ ਲੈਂਦਾ ਹੈ, ਇਸ ਕਰਕੇ ਰੱਖ ਲੈਂਦਾ ਹੈ ਕਿ ਉਹ ਨਹੀਂ ਚਾਹੁੰਦਾ ਕਿ ਮਾਰਕੀਟ ਦੇ ਅੰਦਰ ਕੰਪੀਟੀਸ਼ਨ ਸ਼ੁਰੂ ਹੋ ਜਾਏ, ਉਹ ਪ੍ਰਾਪਰਟੀ ਬਦਨਾਮ ਹੋ ਜਾਏ ਜਾਂ ਪ੍ਰਾਈਸਿਸ ਡ੍ਰੌਪ ਹੋ ਜਾਣ। ਇਸ ਕਰਕੇ ਬਿਲਡਰ ਆਪਣੇ ਕੋਲ ਰੱਖ ਲੈਂਦਾ ਹੈ। ਇਹਦਾ ਸਿੰਪਲ ਤਰੀਕਾ ਕਪਿਲ ਜੀ ਹੈਗਾ। ਪਹਿਲੇ ਮੈਂ ਤੁਹਾਨੂੰ ਮੈਂ ਟੋਕਿਆ ਇਸ ਕਰਕੇ ਅਗਲੀ ਗੱਲ ਤੋਂ ਪਹਿਲੇ ਮੈਂ ਇਹ ਗੱਲ ਕਲੀਅਰ ਕਰ ਦਿਆਂ। ਉਹਦਾ ਸਿੰਪਲ ਤਰੀਕਾ ਹੈਗਾ ਕਿ ਤੁਸੀਂ ਨਾ ਮੈਨੂੰ ਕੰਟੈਕਟ ਕਰ ਲੈਣਾ ਜਾਂ ਤੁਸੀਂ ਇੱਕ ਐਪਲੀਕੇਸ਼ਨ ਪਾ ਦੇਣਾ, ਇੱਕ ਲੈਟਰ ਪਾ ਦੇਣਾ ਈਮੇਲ ਬਿਲਡਰ ਨੂੰ ਕਿ ਆਈ ਵਾਂਟ ਟੂ ਸੈਲ ਔਨ ਅਸਾਈਨਮੈਂਟ, ਕਾਈਂਡਲੀ ਲੈਟ ਮੀ ਨੋ दैट यू आर अप्रूविंग और नॉट। तो बिल्डर ਤੁਹਾਨੂੰ रीजन देके इसको दस देगा कि मैं करना कि नहीं करना, अप्रूव करना कि नहीं। कई बार बिल्डर देखो क्लॉज भी पाई होती है जब तक फाइनल नहीं बन जाएगा तब तक ਅਸੀਂ ਅਲਾउ नहीं ਕਰਾਂਗੇ ਅਸਾਈਨਮੈਂਟ। ਔਰ ਕਈ ਰੀਜ਼ਨ ਹੁੰਦੇ ਨੇ ਕਿਉਂਕਿ ਬਿਲਡਰ ਨੇ ਆਪਣੇ ਕੋਲ ਵੀ 10% ਦੇ ਕਰੀਬ ਪ੍ਰਾਪਰਟੀਆਂ ਰੱਖੀਆਂ ਹੁੰਦੀਆਂ ਨੇ। ਉਹ ਇਹ ਨਹੀਂ ਚਾਹੁੰਦਾ ਕਿ ਮਾਰਕੀਟ ਦੇ ਅੰਦਰ ਹਫੜਾ ਹਫੜੀ ਮੱਚ ਜਾਏ ਔਰ ਲੋਕੀ ਉਹਨੇ ਪਨੇ ਪਾ ਕੇ ਵੇਚਣ ਤੇ ਬਿਲਡਰ ਨੂੰ ਬੜਾ ਨੁਕਸਾਨ ਹੋ ਜਾਂਦਾ ਕਿਉਂਕਿ ਅਗਰ 600 ਯੂਨਿਟ ਹੈਗੇ ਨੇ 60 ਯੂਨਿਟ ਉਹਨੇ ਰੱਖੇ ਹੁੰਦੇ ਨੇ ਉਹਦਾ ਵੀ ਪ੍ਰਾਈਸ ਗਿਰ ਜਾਂਦਾ ਫਿਰ। तो कंपटीशन आन ही नहीं देगा, तुहानू असाइनमेंट अलाउ ही नहीं करेगा। मोस्ट प्रोबेबली 99% लिख लो, गल तुहाडे वास्ते हमेशा ये थंब रूल लिख लो। जब तुहानू फाइनल ऑक्यूपेंसी डेट आंदी है दैट इज द राइट टाइम। एक साल पहले तुहानू एक अंदाजा साल पहले तुहानू डेट आ जाती है कि यह ऑक्यूपेंसी दा डेट हैगी इस प्रोजेक्ट की।
ਉਹ ਰਾਈਟ ਟਾਈਮ ਹੈ ਹੈਮਰ ਕਰਨ ਦਾ ਔਰ ਅਸਾਈਨਮੈਂਟ ਕਰਨ ਦਾ। ਉਸ ਵਕਤ ਬਿਲਡਰ ਆਪਣੀ ਇਨਵੈਂਟਰੀ ਕੱਢ ਚੁੱਕਿਆ ਹੁੰਦਾ ਹੈਗਾ। ਇਹਦੀ ਜੀ M3 ਦਾ ਐਕਸਚੇਂਜ ਦੀ ਤੁਹਾਨੂੰ ਪਤਾ ਵਾ ਕਦੋਂ ਹੈਗੀ ਹੈ ਕਲੋਜ਼ਿੰਗ? ਨਹੀਂ ਸਰ, ਬੁੱਕਸ ਦੀ ਤਾਂ ਸਭ ਨੂੰ ਪਤਾ ਹੈਗਾ। ਜਿਸ ਤਰ੍ਹਾਂ ਐਕਸਚੇਂਜ 3 ਹੈਗੀ ਉਹਦੀ ਕਲੋਜ਼ਿੰਗ 2026 ਹੈਗੀ। ਕਿਸੇ ਵੀ ਹਾਲਤ ਔਰ M3 2025 ਸੀਗੀ ਤੇ ਕਿਸੇ ਵੀ ਹਾਲਤ ਵਿੱਚ ਉਹ ਤੁਹਾਨੂੰ ਜਿਹੜਾ ਹੈਗਾ ਉਹ M3 24 ਤੋਂ ਪਹਿਲੇ ਅਲਾउ नहीं करेगा साल पहले, और एक्सचेंज 25 ਤੋਂ ਪਹਿਲੇ ਅਲਾउ ही नहीं करेगा, देगा ही नहीं, होने ही नहीं देगा। अगर बिल्डर ने होने दिता तो समझ लो बिल्डर डिजास्टर ही चला गया। बिल्डर खुद बैंकरप्ट होने के चांसेस आ जाएंगे क्योंकि बिल्डर का खुद का बड़ा बड़ा पैसा लग गया है। वो फिश मार्केट नहीं बनन देगा मार्केट के अंदर अपने प्रोजेक्ट को किसी हालत भी, ठीक है ना। क्योंकि पैनिक इस तरह असि लोग हो गए वेचो 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 वेचो, तो वो बिल्डर जो है इस चीज़ को रोकना चाहता है क्योंकि जो सॉलिड है, जो कई बंदे सॉलिड ने। कपिल जी मैं तुहानू भी बड़ी चंगी तरह जानना, तुसीं बड़े सॉलिड हो। मैं तुहाडी आवाज़ तुसीं बड़े सॉलिड हो। एक स्कॉशिया बैंक का एक बड़ा वड्डा एक पंच लाइन हैगी, यू आर रिचर दैन वॉट यू थिंक। तुसीं हो, ਤੁਸੀਂ ਮੇਰਾ ਬਹੁਤ ਵੱਡੇ 2 ਕੰਮ ਕੀਤੇ ਹੈਗੇ, ਤੁਸੀਂ ਮੈਨੂੰ ਜਾਣਦੇ ਹੋ ਸਰ। ਮੈਂ ਥੈਂਕ ਯੂ ਵੈਰੀ ਮਚ। ਆਈ ਵੁੱਡ ਲਾਈਕ ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ। ਬਾਕੀ ਦੀ ਗੱਲਬਾਤ ਜਿਹੜੀ ਆ ਸਾਡੀ ਉਹ ਜਾਰੀ ਰਹੇਗੀ ਅੱਗੇ ਚੱਲ ਕੇ ਕੁਝ ਦੇਰ ਪ੍ਰੋਗਰਾਮ ਦੀ। ਇੱਥੇ ਹੀ ਹਰ ਵੈਨਸਡੇ ਤੁਸੀਂ 6:30 ਵਜੇ, ਹਰ ਵੈਨਸਡੇ 6:30 ਵਜੇ ਤੁਸੀਂ ਪੀਕੇ ਜੀ ਔਰ ਪੰਕਜ ਜੀ ਦਾ ਪ੍ਰੋਗਰਾਮ ਚੈਨਲ ਵਾਈ ਦੇ ਉੱਤੇ ਦੇਖਦੇ ਹੋ। ਉੱਥੇ ਦੇਖ ਸਕਦੇ ਹੋ, ਸਾਰੀ ਡਿਸਕਸ਼ਨ ਹੁੰਦੀ ਹੈ, ਲੇਟੈਸਟ ਰਿਪੋਰਟਸ ਉੱਥੇ ਸਾਰੀਆਂ ਪੇਸ਼ ਕੀਤੀਆਂ ਜਾਂਦੀਆਂ ਨੇ ਹਰ ਵੈਨਸਡੇ ਸ਼ਾਮ ਚੈਨਲ ਵਾਈ ਦੇ ਉੱਤੇ। ਤੁਸੀਂ ਇਹ ਸਾਰਾ ਕੁਝ ਦੇਖਦੇ ਹੋ ਸ਼ਾਮ 6:30 ਵਜੇ। पीके जी एनी प्रोजेक्ट कुछ भी हाईलाइट करना है? फोन नंबर बस जी डिजाइन डिस्ट्रिक्ट ही इसका सारे बड़ा वधिया चल रहा है। प्लस लो राइज दिन बड़े वड्डिया सारे प्रोजेक्ट ने, सेमी अटैच, टाउन होम, डिटैच, बट इट ऑल डिपेंड्स ऑन योर रिक्वायरमेंट। जिन्हें लॉन्ग टर्म जाना है उस वास्ते नहीं है, लेकिन सारे को बहुत डिफरेंट प्रोजेक्ट ने। सो एटलीस्ट इन अवर किटी वी हैव मोर देन 100 प्रोजेक्ट्स। यू कैन कॉन्टैक्ट अस, विल डिस्कस your profile, then we can guide you proper project। इस तरह ना किसी प्रोजेक्ट के बारे में कहा हो सकता है शूट ना करे। So simple thing, one window service, Team Sabharwal 647-299-4757। I repeat 647-299-4757, or you can visit teamsabharwal.com। Thank you very much।